Good morning, students. We already start unit number 3rd electrochemistry. So our next topic is fuel cells. So what are fuel cells? These are voltaic cells in which the reactants are continuously supplied to the electrodes. These are designed to convert the energy from combustion of fuels such as hydrogen, carbon monoxide, methane, butane, uh, ethane. You can write any one of the hydrocarbon alkane into directly into electrical energy. So ਇਹ voltaic cell ਨੇ ਜਿਨ੍ਹਾਂ ਦੇ ਵਿੱਚ reactant continuously ਅਸੀਂ supply ਕਰਦੇ ਰਹਿੰਦੇ ਹਾਂ, ਠੀਕ ਹੈ, electrodes ਦੇ through। ਤੇ ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਜਿਹਦੇ ਵਿੱਚ ਕੰਬਸ਼ਨ ਹੁੰਦੀ ਹੈ ਸਾਡੇ ਕੋਲ ਫਿਊਲਸ ਲਾਈਕ ਹਾਈਡਰੋਜਨ ਗੈਸ, ਕਾਰਬਨ ਮੋਨੋਕਸਾਈਡ, ਮਿਥੇਨ, ਆਕਸੀਜਨ, ਬਿਊਟੇਨ, propane, ethane, any one which directly changes into electrical energy, directly changes into electrical energy. So in this chapter we will discuss about hydrogen oxygen fuel cell. ਅਸੀਂ hydrogen oxygen fuel cell ਬਾਰੇ ਗੱਲ ਕਰਾਂਗੇ। So first point, in this cell hydrogen and oxygen are bubbled through a porous carbon electrode into concentrated potassium hydroxide or a sodium hydroxide aqueous solution। ਸੈੱਲ ਦੇ ਵਿੱਚ ਕੀ ਹੈ, ਇੱਕ ਪਾਸੇ ਦੀ ਹਾਈਡਰੋਜਨ ਗੈਸ ਬਬਲ ਕੀਤੀ ਜਾਂਦੀ ਹੈ, ਦੂਸਰੇ ਪਾਸੇ ਦੀ ਆਕਸੀਜਨ ਗੈਸ ਆ ਜਿਹੜੀ ਉਹ ਬਬਲ ਕੀਤੀ ਜਾਂਦੀ ਹੈ, ਜਿਹੜੀ ਕਿ ਸਾਡੇ ਕੋਲ ਇਨ ਬਿਟਵੀਨ ਕਾਰਬਨ ਇਲੈਕਟ੍ਰੋਡਸ ਲੱਗੇ ਨੇ, ਪੋਰਸ ਕਾਰਬਨ ਇਲੈਕਟ੍ਰੋਡਸ, ਜਿਨ੍ਹਾਂ ਦੇ ਵਿੱਚ ਦੀ ਅਸੀਂ ਹਾਈਡਰੋਜਨ ਗੈਸ ਜਾਂ ਆਕਸੀਜਨ ਗੈਸ ਆ ਜਿਹੜੀ ਉਹ ਬਬਲ ਕਰਵਾਉਂਦੇ ਆ। ਤੇ ਸਾਡੇ ਕੋਲੇ ਉੱਥੇ ਜਿਹੜਾ ਸੋਲੂਸ਼ਨ ਪ੍ਰੈਜ਼ੈਂਟ ਹੁੰਦਾ ਉਹ ਸੋਡੀਅਮ ਹਾਈਡਰੋਕਸਾਈਡ ਤੇ ਪੋਟਾਸ਼ੀਅਮ ਹਾਈਡਰੋਕਸਾਈਡ ਦਾ ਹੁੰਦਾ। ਉਸ ਤੋਂ ਅੱਗੇ ਹਾਈਡਰੋਜਨ ਇਜ਼ ਸਪਿਡ ਇਨਟੂ ਐਨੋਡ ਕੰਪਾਰਟਮੈਂਟ, ਐਨੋਡ ਕੰਪਾਰਟਮੈਂਟ ਸਪਿਡ ਕਰਦੇ ਇਹਨੂੰ, ਤੇ ਉੱਥੇ ਕੀ ਹੁੰਦੀ ਹੈ, ਇਟ ਗੈਟਸ ਆਕਸੀਡਾਈਜ਼। ਉਸ ਤੋਂ ਅੱਗੇ ਆਕਸੀਜਨ ਇਜ਼ ਸਪਿਡ ਇਨਟੂ ਕੈਥੋਡ ਕੰਪਾਰਟਮੈਂਟ ਐਂਡ ਇਟਸ ਰਿਡਿਊਸ, ਜਾਨੀ ਕਿ ਸਾਡੇ ਕੋਲ ਐਨੋਡ ਤੇ ਹਾਈਡਰੋਜਨ ਹੁੰਦੀ ਹੈ, ਕੈਥੋਡ ਤੇ ਆਕਸੀਜਨ ਹੁੰਦੀ ਹੈ। ਹਾਈਡਰੋਜਨ ਦੀ ਕੀ ਹੁੰਦੀ ਹੈ, ਆਕਸੀਡੇਸ਼ਨ means loss of electron, ਆਕਸੀਜਨ ਦੀ ਕੀ ਹੁੰਦੀ ਹੈ, reduction means ਸਾਡੇ ਕੋਲ gain of electron, means gain of electron। ਨੈਕਸਟ ਅਸੀਂ ਐਨੋਡ ਤੇ ਕੈਥੋਡ ਤੇ ਜੋ ਰਿਐਕਸ਼ਨ ਹੁੰਦੀ ਹੈ ਉਹ ਦੇਖਾਂਗੇ। ਰਿਐਕਸ਼ਨਸ ਕੀ ਹੈ ਐਨੋਡ ਤੇ, ਹਾਈਡਰੋਜਨ ਰਿਐਕਟ ਵਿਦ ਹਾਈਡਰੋਕਸਾਈਡ, ਜਿਹੜਾ ਪੋਟਾਸ਼ੀਅਮ ਹਾਈਡਰੋਕਸਾਈਡ ਜਾਂ ਸੋਡੀਅਮ ਹਾਈਡਰੋਕਸਾਈਡ ਤੋਂ ਆਇਆ ਉਹਦੇ ਨਾਲ ਰਿਐਕਟ ਕਰਕੇ ਹਾਈਡਰੋਜਨ ਗੈਸ ਤੁਹਾਡੇ ਕੋਲ ਕੀ ਬਣਾਉਂਦੀ ਹੈ, ਵਾਟਰ ਵਿਦ ਦੀ ਲਾਸ ਆਫ 2 ਇਲੈਕਟ੍ਰੋਨ। ਇਹ ਜਿਹੜੇ 2 ਇਲੈਕਟ੍ਰੋਨ ਹੈ ਕਿਹਨੇ ਲੂਜ਼ ਕੀਤੇ ਆ, ਹਾਈਡਰੋਜਨ ਨੇ ਲੂਜ਼ ਕੀਤੇ ਆ। ਸੋ ਇੱਕ ਹਾਈਡਰੋਜਨ ਨੇ 1 ਇਲੈਕਟ੍ਰੋਨ ਲੂਜ਼ ਕੀਤਾ, 2 ਹਾਈਡਰੋਜਨ ਨੇ 2 ਇਲੈਕਟ੍ਰੋਨ ਲੂਜ਼ ਕੀਤੇ ਆ। ਸੋ H ਪੋਜ਼ਿਟਿਵ ਆਇਨ OH ਨੈਗੇਟਿਵ ਨਾਲ ਮਿਲ ਕੇ ਕੀ ਪ੍ਰੋਡਿਊਸ ਕਰਦਾ, ਵਾਟਰ ਪ੍ਰੋਡਿਊਸ ਕਰਦਾ। ਕੈਥੋਡ ਤੇ ਆਕਸੀਜਨ ਰਿਐਕਟ ਕਰੀਏ ਤੁਹਾਡੇ ਕੋਲ ਵਾਟਰ ਦੇ ਨਾਲ ਵਿਦ by gaining the 4 electrons, ਇਹ gain ਕਰਕੇ ਸਾਡੇ ਕੋਲੇ OH ਨੈਗੇਟਿਵ ਜਿਹੜੇ 4 OH ਨੈਗੇਟਿਵ ਆਇਨ ਸਾਡੇ ਕੋਲ ਪ੍ਰੋਡਿਊਸ ਕਰ ਰਹੇ। ਇੱਥੇ ਹਾਈਡਰੋਜਨ ਕਿੰਨੇ ਇਲੈਕਟ੍ਰੋਨ ਲੂਜ਼ ਕਰੀਏ, 2। ਸੋ ਇਸ ਇਕੁਏਸ਼ਨ ਨੂੰ ਮਲਟੀਪਲਾਈ ਕਰ ਰਹੇ ਅਸੀਂ ਬਾਈ 2, ਕਿਉਂਕਿ 2 ਸਾਨੂੰ ਕਿੰਨੇ ਇਲੈਕਟ੍ਰੋਨ ਰਿਕੁਆਇਰਡ ਨੇ ਕੈਥੋਡ ਲਈ, देयर आर 4 ਇਲੈਕਟ੍ਰੋਨ ਰਿਕੁਆਇਰਡ। ਸੋ ਇਸ ਕਰਕੇ ਮਲਟੀਪਲਾਈ ਵਿਦ ਐਨੋਡ ਰਿਐਕਸ਼ਨ ਬਾਈ 2 to balance the complete electrons। So overall reaction, 2 molecule of hydrogen react with 1 molecule of oxygen to produce 2 molecule of water along with the large amount of energy। So diagram देखो, एक पासे दी असी रजे जड़ी हाइड्रोजन एनोड टाइप एनोड है ਸਾਡੇ ਕੋਲੇ ਹਾਈਡਰੋਜਨ, ਇਸ ਪਾਸੇ ਨੈਗੇਟਿਵਲੀ ਚਾਰਜਡ ਹੈ ਜਿਹਦੀ ਆਕਸੀਡੇਸ਼ਨ ਹੁੰਦੀ ਹੈ, ਇੱਧਰ ਦੀ ਅਸੀਂ ਹਾਈਡਰੋਜਨ ਪਾਸ ਆਊਟ ਕਰਦੇ ਹਾਂ ਤੇ ਦੂਸਰੀ ਸਾਈਡ ਅਸੀਂ 에ਅਰ ਬਲੋ ਕਰਦੇ ਹਾਂ, ਜਾਂ कह लो कि इस साइड कैथोड साइड ਆਕਸੀਜਨ ਜਿਹੜੀ ਅਸੀਂ ਪਾਸ ਕੀਤੀ ਆ। ਤੁਹਾਡੇ ਕੋਲ ਜਿਹੜੇ 2 ਜਿੱਥੇ ਇਲੈਕਟ੍ਰੋਨਸ ਲਿਖੇ ਹੋਏ ਨੇ ਇਹ ਤੁਹਾਡੇ ਕੋਲ ਕੀ ਨੇ, ਪੋਰਸ ਕਾਰਬਨ ਰੋਡਸ ਨੇ ਜਿਹਦੇ ਵਿੱਚ ਦੀ ਆਕਸੀਜਨ ਪਾਸ ਆਊਟ ਕਰੀਏ, ਤੇ ਇੱਧਰ ਦੀ ਯੈਲੋ ਜਿਹੜਾ ਐਰੋ ਉਹਦੇ ਥਰੂ ਸਾਡੇ ਕੋਲੇ ਹਾਈਡਰੋਜਨ ਆ ਜਿਹੜੀ ਕਾਰਬਨ ਪੋਰਸ ਇਲੈਕਟ੍ਰੋਡ ਦੇ ਥਰੂ ਪਾਸ ਹੋ ਕੇ ਇੱਥੇ ਸਾਡੇ ਕੋਲੇ ਪੋਟਾਸ਼ੀਅਮ ਹਾਈਡਰੋਕਸਾਈਡ ਜਾਂ ਸੋਡੀਅਮ ਹਾਈਡਰੋਕਸਾਈਡ ਦਾ ਕੰਸਨਟ੍ਰੇਟਡ ਸੋਲੂਸ਼ਨ ਆ, ਉਹਨਾਂ ਨਾਲ ਰਿਐਕਟ ਕਰਕੇ ਸਾਡੇ ਕੋਲ ਕੀ ਪ੍ਰੋਡਿਊਸ ਕਰਦੀ ਹੈ, ਵਾਟਰ ਸਾਡੇ ਕੋਲੇ ਜਿਹੜਾ ਹੈਗਾ ਉਹ ਬਾਹਰ ਨਿਕਲ ਜਾਂਦਾ। ਈਵਨ ਕਿ ਜਿਹੜਾ ਵਾਧੂ ਫਿਊਲ ਹੈ ਉਹ ਸਾਡੇ ਕੋਲ ਇੱਧਰ ਦੀ ਬਾਹਰ ਨਿਕਲ ਗਿਆ, ਉਸ ਤੋਂ ਬਾਅਦ ਜਿਹੜੀ ਅਨਯੂਜ਼ਡ ਗੈਸਿਸ ਨੇ ਉਹ ਇੱਧਰ ਦੀ ਬਾਹਰ ਨਿਕਲ ਜਾਂਦੀਆਂ ਨੇ। ਸੋ ਇੱਥੇ ਸਾਡੇ ਕੋਲੇ ਵਾਟਰ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ, ਇੱਥੇ ਇਲੈਕਟ੍ਰੋਲਾਈਟ ਦੋਨਾਂ ਨੂੰ ਇਨਹਾਂਸ ਕਰਦਾ ਰੇਟ ਆਫ ਰਿਐਕਸ਼ਨ ਜਿਹੜੀ ਹੁੰਦੀ ਹੈ, ਤੇ ਉੱਥੋਂ ਸਾਡੇ ਕੋਲੇ ਜਿਹੜੀ ਹੈਗੀ ਹੈ ਇਲੈਕਟ੍ਰਿਸਿਟੀ ਪ੍ਰੋਡਿਊਸ ਹੁੰਦੀ ਹੈ। ਇੱਧਰ ਦੇਖੋ ਹਾਈਡਰੋਜਨ ਇੱਥੋਂ ਇਲੈਕਟ੍ਰੋਨ ਲੂਜ਼ ਕਰ ਰਹੀ ਹੈ ਤੇ ਇੱਧਰ ਆਕਸੀਜਨ ਇਲੈਕਟ੍ਰੋਨ ਕੀ ਕਰ ਰਹੀ ਹੈ, ਗੇਨ ਕਰ ਰਹੀ ਹੈ। ਸੋ ਜਿਹਦੇ ਨਾਲ ਸਾਡੇ ਕੋਲੇ ਪ੍ਰੋਡਕਸ਼ਨ ਹੋ ਰਹੀ ਹੈ ਇਲੈਕਟ੍ਰਿਸਿਟੀ ਦੀ, ਜਿਹੜੀ ਕਿ ਸਰਕਟ ਦੇ ਥਰੂ ਸਾਡੇ ਕੋਲ ਸ਼ੋ ਕੀਤੀ ਹੋਈ ਹੈ। ਜੇ ਇਲੈਕਟ੍ਰੋਨ ਇੱਧਰੋਂ ਇੱਧਰ ਨੂੰ ਮੂਵ ਕਰਦੇ ਤਾਂ ਕਰੰਟ ਸਾਡੇ ਕੋਲ ਇੱਧਰੋਂ ਇੱਧਰ ਨੂੰ ਮੂਵ ਕਰੂਗਾ। ਸੋ ਇਹ ਸਾਡੇ ਕੋਲੇ ਵਰਕਿੰਗ ਹੈ ਕਿਹਦੀ, ਹਾਈਡਰੋਜਨ ਫਿਊਲ ਸੈਲ ਦੀ। ਉਸ ਤੋਂ ਅੱਗੇ ਸਾਡੇ ਕੋਲ ਨੈਕਸਟ ਹੈ ਰਾਜੇ वर्किंग है दी। फिर वो कहता ईच इलेक्ट्रोड इज मेड अप ऑफ पोरस कंप्रेस्ड कार्बन कंटेनिंग अ स्मॉल अमाउंट ऑफ कैटलिस्ट।
ਪਲਾਟੀਨਮ ਸਿਲਵਰ ਕੋਬਾਲਟ ਆਕਸਾਈਡ, ਇਹ ਸਾਡੇ ਕੋਲੇ ਕਿਤੇ ਨਾ ਕਿਤੇ ਥੋੜੀ ਜਿਹੀ ਅਮਾਉਂਟ ਦੇ ਵਿੱਚ ਜਿਹੜੀ ਕੰਪਰੈਸਡ ਕਾਰਬਨ ਪੋਰਸ ਰੋਡਸ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਸਮਾਲ ਅਮਾਉਂਟ ਕੈਟਾਲਿਸਟ ਦੀ ਹੁੰਦੀ ਹੈ, ਜਿਹੜੀ ਕਿ ਦੋਨੋਂ ਰਿਐਕਸ਼ਨਸ ਨੂੰ ਜਿਹੜੇ ਰਿਐਕਟ ਕਰਨ ਦੇ ਲਈ ਇਨਹਾਂਸ ਕਰਦੀ ਹੈ ਰੇਟ ਆਫ ਰਿਐਕਸ਼ਨ, ਮਤਲਬ ਕਿ ਇਨਕਰੀਜ਼ ਕਰਦੀ ਹੈ ਦੋਨਾਂ ਦੀ ਸਪੀਡ ਸਾਡੇ ਕੋਲੇ, ਠੀਕ ਹੈ। ਕਿਉਂਕਿ ਪਲਾਟੀਨਮ ਸਿਲਵਰ ਜਿਹੜੀਆਂ ਹੈਗੀਆਂ ਨੇ ਮੈਟਲਸ ਇਹਨਾਂ ਦੋਨੋਂ ਗੈਸਸ ਨੂੰ ਸਰਫੇਸ ਪ੍ਰੋਵਾਈਡ ਕਰਦੀਆਂ ਜਿਹਦੇ ਥਰੂ ਸਾਡੇ ਕੋਲ ਇੱਕ ਦੂਜੇ ਨਾਲ ਰਿਐਕਟ ਕਰਦੇ। ਸੋ ਥੀਸ ਸੈਲਸ ਆਰ ਮੋਰ ਐਫੀਸ਼ੀਐਂਟ ਦੈਨ conventional cell and directly fuel cell। ਸੋ ਇਹ ਸਾਡੇ ਕੋਲ ਜਿਹੜੇ ਹੈਗੇ ਸਾਡੇ ਕੋਲ ਮੋਸਟਲੀ ਜਿਹੜੇ ਹੈਗੇ ਆ ਜ਼ਿਆਦਾ ਐਫੀਸ਼ੀਐਂਟ ਨੇ ਤੇ ਡਾਇਰੈਕਟਲੀ ਸਾਡੇ ਕੋਲ ਜਿਹੜੀ એનર્ਜੀ ਆ ਪ੍ਰੋਡਿਊਸ ਕਰਦੇ ਨੇ। ਸੋ ਕਿਹੜੇ ਕਿਹੜੇ ਫੈਕਟਰਸ ਨੇ, ਕਿਹੜੀਆਂ ਕਿਹੜੀਆਂ ਐਡਵਾਂਟੇजेस ਨੇ ਸਾਡੇ ਕੋਲ ਫਿਊਲ ਸੈਲ ਦੀਆਂ, ਉਹ ਹੈਗੀਆਂ ਤੁਹਾਡੇ ਕੋਲ ਹਾਈ ਐਫੀਸ਼ੀਐਂਸੀ ਹੁੰਦੀ ਹੈ, ਜਾਨੀ ਮੈਕਸਿਮਮ ਐਫੀਸ਼ੀਐਂਸੀ ਹੈ, ਜਦਕਿ ਜਿਹੜੇ ਸਾਡੇ ਕੋਲ ਕਨਵੈਨਸ਼ਨਲ ਸੈੱਲ ਨੇ ਉਹ 40 ਤੋਂ 50% ਤੱਕ ਹੀ ਸਾਨੂੰ એનર્ਜੀ ਪ੍ਰੋਵਾਈਡ ਕਰਦੇ, ਜਦਕਿ ਜਿਹੜੇ ਸਾਡੇ ਕੋਲ ਫਿਊਲ ਸੈਲਸ ਨੇ ਉਹ ਸਾਡੇ ਕੋਲ 70 ਤੋਂ 80% ਸਾਨੂੰ ਜਿਹੜੀ ਹੈਗੀ ਹੈ ਐਫੀਸ਼ੀਐਂਸੀ ਦਿੰਦੇ ਆ। ਸੈਕੰਡ ਪੁਆਇੰਟ ਹੈ ਕੰਟੀਨਿਊਸ ਸੋਰਸ ਹੈ એનર્ਜੀ ਦਾ, ਜਿਵੇਂ ਜਿਵੇਂ ਅਸੀਂ ਹਾਈਡਰੋਜਨ ਤੇ ਆਕਸੀਜਨ ਪਾਸ ਕਰੀ ਜਾਵਾਂਗੇ ਉਵੇਂ ਉਵੇਂ ਸਾਡੇ ਕੋਲ ਰਿਐਕਸ਼ਨ ਚੱਲੀ ਜਾਊਗੀ ਤੇ ਸਾਡੇ ਕੋਲ ਜਿਹੜੀ એનર્ਜੀ ਦੀ ਪ੍ਰੋਡਕਸ਼ਨ ਉਹ ਲਗਾਤਾਰ ਹੁੰਦੀ ਰਹੂਗੀ। ਥਰਡ ਪੁਆਇੰਟ ਰਜੇ ਪੋਲਿਊਸ਼ਨ ਫ੍ਰੀ ਵਰਕਿੰਗ ਹੈ, ਇਹਦੇ 'ਚ ਸਾਡੇ ਕੋਲ ਕੋਈ ਪੋਲਿਊਸ਼ਨ ਪ੍ਰੋਬਲਮ ਨਹੀਂ ਕਾਜ਼ ਹੁੰਦੀ, ਸਿਰਫ ਵਾਟਰ ਪ੍ਰੋਡਿਊਸ ਹੁੰਦਾ ਜਿਹੜਾ ਅਸੀਂ ਵੇਰੀਅਸ ਪਰਪਸ ਲਈ ਯੂਜ਼ ਕਰ ਸਕਦੇ ਹਾਂ। ਸੋ ਥੀਸ ਆਰ ਯੂਜ਼ਡ ਇਨ ਸਪੇਸ ਕ੍ਰਾਫਟਸ ਐਂਡ ਜਨਰੇਟ ਇਲੈਕਟ੍ਰਿਕ ਪਾਵਰ ਇਨ ਅਪੋਲੋ ਸਪੇਸ ਪ੍ਰੋਗਰਾਮ, ਇਹ ਸਪੇਸ ਕ੍ਰਾਫਟ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਉਸ ਤੋਂ ਬਿਨਾਂ ਜਿਹੜੀ ਇਲੈਕਟ੍ਰਿਕ ਪਾਵਰ ਜਨਰੇਟ ਕੀਤੀ ਜਾਂਦੀ ਹੈ ਰਜੇ ਅਪੋਲੋ ਸਪੇਸ ਪ੍ਰੋਗਰਾਮ ਦੇ ਵਿੱਚ, ਵੈਸੇ ਡੋਮੈਸਟਿਕਲੀ ਹਲੇ ਇਹਦਾ ਇੰਨਾ ਯੂਜ਼ ਨਹੀਂ ਹੈ। ਸੋ ਨੈਕਸਟ ਟੌਪਿਕ ਹੈ ਰਜੇ ਸਾਡੇ ਕੋਲ ਕਰੋਜ਼ਨ। So corrosion ਕੀ ਹੈ? It is a process of deterioration of metal as a result of reaction with air or water surrounding it। ਸਾਡੇ ਕੋਲ ਮੈਟਲ ਦਾ ਜਿਹੜਾ ਖੁਰਨਾ ਇੱਕ ਤਰ੍ਹਾਂ ਨਾਲ ਕਹਿ ਲਓ ਜਦੋਂ ਰਿਐਕਟ ਕਰਦੀ ਹੈ ਹਵਾ ਦੇ ਨਾਲ, ਉਹਦੇ 'ਚ ਜਿਹੜੇ ਪਾਰਟੀਕਲ ਪ੍ਰੈਜ਼ੈਂਟ ਨੇ ਜਾਂ ਵਾਟਰ ਹਿਊਮਿਡਿਟੀ ਜਿਹੜੀ ਪ੍ਰੈਜ਼ੈਂਟ ਆ ਉਹਦੇ ਨਾਲ, ਜਾਂ ਵਾਟਰ ਸਾਡੇ ਕੋਲ ਕੰਟੈਕਟ ਦੇ ਵਿੱਚ ਆ ਮੈਟਲ ਦੇ, ਉਹਦੇ ਨਾਲ ਰਿਐਕਟ ਕਰਕੇ ਜਿਹੜੀ ਉਹਦੀ ਉੱਪਰੋਂ ਸਰਫੇਸ ਲੈਂਦਾ ਜਾਂ ਉਹਦੀ ਜਿਹੜੀ ਸਟਰੈਂਥ ਆ ਉਹ ਘਟਦੀ ਜਾਂਦੀ ਹੈ। ਸੋ second definition, slow formation of undesirable compounds such as oxides, sulfides, carbonates at the surface of metal by the reaction of moisture and other atmospheric gases। ਸੋ ਇੱਕ ਸਾਡੇ ਕੋਲ ਹੌਲੀ ਹੌਲੀ ਜਿਹੜੀ ਅਨਡਿਜ਼ਾਇਰੇਬਲ ਕੰਪਾਊਂਡ ਦੀ ਫਾਰਮੇਸ਼ਨ ਜਿਵੇਂ ਆਕਸਾਈਡ ਹੋ ਗਏ, ਸਲਫਾਈਡ ਹੋ ਗਏ, ਕਾਰਬੋਨੇਟਸ ਹੋ ਗਏ ਸਰਫੇਸ ਤੇ ਜਦੋਂ ਰਿਐਕਟ ਕਰਦੇ ਆ ਮੋਇਸਚਰ ਨਾਲ ਜਾਂ ਐਟਮੋਸਫੇਰਿਕ ਗੈਸਿਸ ਦੇ ਨਾਲ ਤਾਂ ਸਾਡੇ ਕੋਲ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਸਟਰੈਂਥ ਆ ਡਿਕਰੀਜ਼ ਹੁੰਦੀ ਹੈ। ਸੋ ਵਟ ਆਰ ਦੀ ਫੈਕਟਰਸ ਵਿਚ ਅਫੈਕਟਿੰਗ corrosion? ਫਸਟ ਪੁਆਇੰਟ ਹੈ ਰਿਐਕਟੀਵਿਟੀ ਆਫ ਮੈਟਲ, ਜਿੰਨੀ ਮੋਰ ਦੀ ਰਿਐਕਟਿਵ ਮੈਟਲ ਮੋਰ ਵਿਲ ਬੀ ਦ ਰੇਟ ਆਫ corrosion। ਜਿੰਨੀ ਮੈਟਲ ਵਿੱਚ ਜ਼ਿਆਦਾ ਰਿਐਕਟਿਵ ਹੋਊਗੀ ਉਹਨਾਂ ਸਾਡੇ ਕੋਲ ਜਿਹੜਾ ਰੇਟ ਆਫ corrosion ਉਹ ਫਾਸਟ ਹੋਊਗਾ, ਕਿਉਂਕਿ ਈਜ਼ੀਲੀ ਆਕਸੀਡਾਈਜ਼ ਹੋਊਗੀ ਸਾਡੇ ਕੋਲ 에ਅਰ ਦੇ ਵਿੱਚ। ਜਿਵੇਂ ਕਈ ਮੈਟਲਸ ਹੈਗੀਆਂ ਨੇ ਸਾਡੇ ਕੋਲ ਜਿਵੇਂ ਜ਼ਿੰਕ ਹੋ ਗਈ, ਹੋਰ ਮੈਟਲਸ ਨੇ ਜਿਹੜੀਆਂ ਈਜ਼ੀਲੀ, ਜਿਵੇਂ ਮੈਗਨੀਸ਼ੀਅਮ ਹੋ ਗਈ ਸਾਡੇ ਕੋਲ, ਉਹ ਈਜ਼ੀਲੀ ਆਕਸੀਡਾਈਜ਼ ਹੋ ਜਾਂਦੀਆਂ ਨੇ, ਈਵਨ ਐਟ ਰੂਮ ਟੈਂਪਰੇਚਰ ਤੇ ਸਾਡੇ ਕੋਲ ਉਹਨਾਂ ਦੇ ਉੱਪਰ ਜਿਹੜੀ ਆਕਸਾਈਡ ਦੀ ਲੇਅਰ ਆ ਉਹ ਆ ਜਾਂਦੀ ਹੈ। ਅੱਗੇ ਸੈਕੰਡ ਪੁਆਇੰਟ ਜੇ ਪ੍ਰੈਜ਼ੈਂਸ ਆਫ ਇੰਪਿਓਰਿਟੀ, ਮੋਰ ਇੰਪਿਓਰਿਟੀਜ਼ ਫਾਸਟਰ ਦੀ ਰੇਟ ਆਫ corrosion। ਜਿੰਨੀਆਂ ਸਾਡੇ ਕੋਲ ਮੈਟਲਸ ਦੇ ਵਿੱਚ ਇੰਪਿਓਰਿਟੀਜ਼ ਜ਼ਿਆਦਾ ਪ੍ਰੈਜ਼ੈਂਟ ਹੋਣਗੀਆਂ ਉਹਨਾਂ ਸਾਡੇ ਕੋਲ ਜਿਹੜਾ ਰੇਟ ਆਫ corrosion ਉਹ ਫਾਸਟ ਹੋਊਗਾ। ਪ੍ਰੈਜ਼ੈਂਸ ਆਫ ਇਲੈਕਟ੍ਰੋਲਾਈਟ, ਜੇ ਸਾਡੇ ਕੋਲ ਵਾਟਰ ਦੇ ਵਿੱਚ ਜੇ ਇਲੈਕਟ੍ਰੋਲਾਈਟ ਪ੍ਰੈਜ਼ੈਂਟ ਆ ਉਹ ਮੈਟਲ ਦੇ ਕੰਟੈਕਟ 'ਚ ਆ ਗਿਆ ਤਾਂ ਉਹਦੇ ਰੇਟ ਆਫ corrosion ਜਿਹੜਾ ਉਹ ਇਨਕਰੀਜ਼ ਕਰਨਾ। ਕੀ ਕਰਨਾ? ਇਨਕਰੀਜ਼ ਕਰਨਾ। ਉਸ ਤੋਂ ਅੱਗੇ ਜੇ ਪ੍ਰੈਜ਼ੈਂਸ ਆਫ ਕਾਰਬਨ ਡਾਈਆਕਸਾਈਡ ਇਨ ਵਾਟਰ, ਸੋ ਸਾਡੇ ਕੋਲੇ ਜੇ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਆ ਵਾਟਰ ਦੇ ਵਿੱਚ ਉਹਨੇ ਕਾਰਬੋਨਿਕ ਐਸਿਡ ਫਾਰਮ ਕਰਨਾ, ਕਿਤੇ ਨਾ ਕਿਤੇ ਸਾਡੇ ਕੋਲ ਜਿਹੜਾ ਰੇਟ ਆਫ corrosion ਆ, ਰੇਟ ਆਫ ਰਸਟਿੰਗ ਉਹ ਇਨਕਰੀਜ਼ ਹੁੰਦਾ, ਸਪੈਸ਼ਲੀ ਇਨ ਕੇਸ ਆਫ ਆਇਰਨ। ਉਸ ਤੋਂ ਅੱਗੇ ਜੇ ਪ੍ਰੈਜ਼ੈਂਸ ਆਫ ਪ੍ਰੋਟੈਕਟਿਵ ਕੋਟਿੰਗ, ਜਿਵੇਂ ਗੈਲਵੇਨਾਈਜੇਸ਼ਨ ਹੋ ਗਈ, ਉਹਦੇ ਤੇ ਆਪਾਂ ਆਇਰਨ ਦੇ ਉੱਪਰ ਜ਼ਿੰਕ ਕੋਟ ਕਰਦੇ ਹਾਂ, ਜ਼ਿੰਕ ਜ਼ਿਆਦਾ ਰਿਐਕਟਿਵ ਆ, ਸੋ ਇਹਦਾ ਮਤਲਬ ਉਹ ਈਜ਼ੀਲੀ ਸਾਡੇ ਕੋਲ ਜਿਹੜੀ ਹੈਗੀ ਹੈ corrosion ਹੁੰਦੀ ਹੈ ਉਹਦੀ। ਨੈਕਸਟ ਸਾਡੇ ਕੋਲ ਹੈ ਰਸਟਿੰਗ ਆਫ ਆਇਰਨ ਇਲੈਕਟ੍ਰੋਕੈਮੀਕਲ ਥਿਊਰੀ, ਮਤਲਬ ਕਿ ਜਿਹੜੀ ਰਸਟਿੰਗ ਆਫ ਆਇਰਨ ਉਹ ਇੱਕ ਤਰ੍ਹਾਂ ਦਾ ਰਿਡਾਕਸ ਰਿਐਕਸ਼ਨ ਪ੍ਰੋਸੈਸ ਹੈ। ਸੋ corrosion ਇਜ਼ ਕਾਲਡ ਰਸਟਿੰਗ ਇਨ ਕੇਸ ਆਫ ਆਇਰਨ। ਸੋ ਐਨੋਡ ਅਸੀਂ ਲਵਾਂਗੇ ਪਿਓਰ ਆਇਰਨ, ਕੈਥੋਡ ਸਾਡੇ ਕੋਲ ਇੰਪਿਓਰ ਸਰਫੇਸ ਹੈ, ਇਲੈਕਟ੍ਰੋਲਾਈਟ ਕਾਰਬਨ ਡਾਈਆਕਸਾਈਡ 에ਅਰ ਦੇ ਵਿੱਚ ਜਿਹੜੇ ਵਾਟਰ ਵੇਪਰਸ ਪ੍ਰੈਜ਼ੈਂਟ ਹੁੰਦੇ ਉਹਨਾਂ ਨਾਲ ਰਿਐਕਟ ਕਰਕੇ ਕਾਰਬੋਨਿਕ ਐਸਿਡ ਹੁੰਦੀ ਹੈ, ਉਹ ਫਰਦਰ ਸਾਡੇ ਕੋਲ ਡੀਕੰਪੋਜ਼ ਹੁੰਦਾ ਹੈ 2H ਪੋਜ਼ਿਟਿਵ ਪਲੱਸ CO3 2 ਨੈਗੇਟਿਵ ਦੇ ਵਿੱਚ। ਐਨੋਡ ਤੇ ਸਾਡੇ ਕੋਲ ਰਿਐਕਸ਼ਨ ਹੁੰਦੀ ਹੈ when iron metal get oxidized into F2+, ਜਾਨੀ ਜ਼ੀਰੋ ਆਕਸੀਡੇਸ਼ਨ ਸਟੇਟ ਤੋਂ +2 ਦੇ ਵਿੱਚ ਪਹੁੰਚ ਗਏ with the release of 2 ਇਲੈਕਟ੍ਰੋਨ। ਇੱਕ ਐਟਮ ਨੇ 2 ਇਲੈਕਟ੍ਰੋਨ ਰਿਲੀਜ਼ ਕੀਤੇ, 2 ਐਟਮ ਕਿੰਨੇ ਕਰਨਗੇ? 4। ਤੇ ਆਕਸੀਜਨ ਜਿਹੜੀ ਪ੍ਰੈਜ਼ੈਂਟ ਆ ਉਹਨੇ ਸਾਡੇ ਕੋਲ H ਪੋਜ਼ਿਟਿਵ ਨੇ ਜਿਹੜੇ ਇਲੈਕਟ੍ਰੋਨ ਗੇਨ ਕਰਨੇ ਆ ਇੱਥੇ ਸਾਡੇ ਕੋਲ, ਸੌਰੀ ਆਕਸੀਜਨ ਨੇ ਇਲੈਕਟ੍ਰੋਨ ਗੇਨ ਕਰਨੇ ਆ, ਦੀ ਰਿਡਕਸ਼ਨ ਹੋ ਰਹੀ ਹੈ ਅਲੋਂਗ ਵਿਦ H ਪੋਜ਼ਿਟਿਵ ਜਿਹੜਾ ਕਾਰਬੋਨਿਕ ਐਸਿਡ ਤੋਂ ਸਾਡੇ ਕੋਲ ਮਿਲ ਰਿਹਾ,
वो साडे को 2 मॉलिक्यूल वाटर दे प्रोड्यूस करूगा। सो ओवरऑल रिएक्शन Rn प्लस रिएक्ट विद ऑक्सीजन एंड एसिड प्रेजेंट इन एटमोसफीयर टू फॉर्म अ Fe2 प्लस 2 मॉलिक्यूल ऑफ वाटर। जे ਅਸੀਂ ਸਰਫੇਸ ਤੇ ਗੱਲ ਕਰੀਏ ਤਾਂ ਜੇ ਕੀ ਰਿਐਕਸ਼ਨ ਹੁੰਦੀ ਹੈ Fe2 प्लस O2 टू गिव अ 4 मॉलिक्यूल ऑफ वाटर। जे ਅਸੀਂ वाटर वेपर्स ਦਾ ਫਾਰਮੂਲਾ ਲਾਈਏ ਤਾਂ ਸਾਡੇ ਕੋਲ 2 ਮੋਲੀਕੂਲ Fe2O3 ਦੇ ਪਲੱਸ H ਪੋਜ਼ਿਟਿਵ ਰਿਲੀਜ਼ ਹੁੰਦਾ ਹੈ। ਫਰਦਰ ਜਦੋਂ ਇਹ Fe2O3 ਰਿਐਕਟ ਕਰਦਾ X ਮੋਲੀਕੂਲ ਆਫ ਵਾਟਰ ਦੇ ਨਾਲ ਤਾਂ ਸਾਡੇ ਕੋਲ ਆ ਰਸਟ ਦੀ ਫਾਰਮੇਸ਼ਨ ਹੁੰਦੀ ਹੈ ਕਿਹਦੇ ਤੇ ਸਰਫੇਸ ਆਫ ਆਇਰਨ ਮੈਟਲ ਦੇ। ਸੋ ਇਹ ਸਾਡੇ ਕੋਲੇ ਆ ਤਿੰਨ ਰਿਐਕਸ਼ਨਸ ਨੇ ਐਟ ਐਨੋਡ ਐਟ ਕੈਥੋਡ। ਆ ਓਵਰਆਲ ਰਿਐਕਸ਼ਨ ਹੈ ਜਿਹਦੇ ਤੇ ਆਇਰਨ ਆਕਸੀਡਾਈਜ਼ ਹੁੰਦਾ ਤੇ ਆਕਸੀਜਨ ਤੇ ਜਿਹੜਾ ਐਸਿਡ ਪ੍ਰੈਜ਼ੈਂਟ ਆ ਉਹ ਸਾਡੇ ਕੋਲ ਰਿਡਿਊਸ ਹੁੰਦਾ ਤੇ ਆ ਤੁਹਾਡੇ ਕੋਲੇ ਜਿਹੜੀ ਹੈਗੀ ਐਕਚੁਅਲੀ ਆ ਜਿਹੜਾ ਫਾਰਮੂਲਾ ਹੈ ਇਹ ਜਿਹੜੀ ਪ੍ਰੋਡਕਟ ਹੈ ਸਾਡੇ ਸਰਫੇਸ ਤੇ ਮੈਟਲ ਦੇ ਸਰਫੇਸ ਤੇ ਫਾਰਮ ਹੁੰਦੀ ਹੈ। ਇਹ ਤੁਹਾਡੇ ਕੋਲ ਡਾਇਗਰਾਮ ਹੈ ਆਲਰੇਡੀ ਗਿਵਨ ਇਨ ਮਾਡਰਨ ਬੁੱਕ। ਆ ਤੁਹਾਡੇ ਕੋਲ ਰਸਟ ਹੈ। ਇੱਥੇ ਦੇਖੋ ਕਿ ਆਇਰਨ ਜਿਹੜੀ ਹੈਗੀ ਉਹਦੇ ਤੇ ਅਟੈਕ ਕਰ ਰਹੇ ਆ ਸਾਡੇ ਕੋਲੇ ਆਕਸੀਜਨ ਜਾਂ ਜਿਹੜਾ ਐਸਿਡ ਪ੍ਰੈਜ਼ੈਂਟ ਹੈ। ਸੋ ਜਦੋਂ ਉਹਨੇ ਅਟੈਕ ਕੀਤਾ ਤਾਂ ਆਇਰਨ ਨੇ ਇਲੈਕਟ੍ਰੋਨ ਜਿਹੜੇ ਹੈਗੇ ਲੂਜ਼ ਕਰਨੇ ਸ਼ੁਰੂ ਕੀਤੇ। ਉਹ 2 ਇਲੈਕਟ੍ਰੋਨ ਰਜੇ ਇਸ ਜਿਹੜੇ ਆ ਦੋਨੋਂ ਕੰਪੋਨੈਂਟ ਨੇ ਕੈਥੋਡ ਤੇ ਇੱਥੇ ਸਾਡੇ ਕੋਲੇ ਗੇਨ ਕਰ ਰਹੇ ਕਿਉਂਕਿ ਹੌਲੀ ਹੌਲੀ ਸਲੋ ਪ੍ਰੋਸੈਸ ਹੈ। ਇਸ ਕਰਕੇ ਡਿਊ ਟੂ ਦੀ ਕੰਡੀਸ਼ਨ ਚੇਂਜ ਇਨ ਟੈਂਪਰੇਚਰ ਐਂਡ ਪ੍ਰੈਸ਼ਰ ਉਹਦੇ ਅਕੋਰਡਿੰਗ ਸਾਡੇ ਕੋਲੇ ਜਾਂ ਅਕੋਰਡਿੰਗ ਟੂ ਸੀਜ਼ਨ ਕਹਿ ਲਓ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਜਿਹੜਾ ਰੇਟ ਆਫ ਰਸਟਿੰਗ ਉਹ ਫਾਸਟ ਜਾਂ ਲੋ ਹੁੰਦਾ ਹੈ। ਉਸ ਤੋਂ ਨੈਕਸਟ ਹੈ ਜੀ ਮੈਥਡਸ ਆਫ ਪ੍ਰੀਵੈਂਸ਼ਨ। ਕਿਹੜੇ ਮੈਥਡਸ ਨੇ ਜਿਹੜੇ ਪ੍ਰੀਵੈਂਟ ਕਰਨ ਲਈ ਅਸੀਂ ਯੂਜ਼ ਕਰ ਸਕਦੇ ਹਾਂ। ਸੋ ਪ੍ਰੀਵੈਂਸ਼ਨ ਆਫ ਕਰੋਜ਼ਨ ਔਰ ਰਸਟਿੰਗ, बैरियर प्रोटेक्शन बाय अप्लाइंग ऑयल, ग्रीस, इलैक्ट्रोप्लेटिंग, पेंट, कैमिकल्स लाइक बिसफेनोल ਅਸੀਂ यूज़ कर सकते हैं ਉਹਦੇ ਉੱਪਰ ਇੱਕ ਲੇਅਰ ਜਾਨੀ ਸਰ ਬੈਰੀਅਰ ਬਣਾ ਸਕਦੇ ਹਾਂ ਜਿਹਦੇ ਕਰਕੇ ਸਾਡੇ ਕੋਲ ਜਿਹੜੇ 에ਅਰ ਜਾਂ ਮੋਇਸਚਰ ਦੇ ਮੋਲੀਕੂਲਸ ਨੇ ਉਹ ਈਜ਼ੀਲੀ ਨਾ ਰਿਐਕਟ ਕਰਨ। ਸੈਕਰੀਫਿਸ਼ੀਅਲ प्रोटेक्शन ਇਹ ਦੀ ਪ੍ਰੋਸੈਸ ਆਫ ਕਵਰਿੰਗ ਆਫ ਆਇਰਨ ਵਿਦ जिंक इज कॉल्ड गैल्वेनाइजेशन। मतलब एक मोर एक्टिव मैटल की कोटिंग असी दूसरी मैटल के उपर करती जिसके करके वो मैटल ऑक्सीडाइज होगी पर जी मेन मैटल है कोई नुकसान नहीं पहुंचा। सो इलैक्ट्रिकल प्रोटेक्शन मैग्नीशियम मैटल यूज़ की जाती है जो अंडरग्राउंड जी लोहे दी पाइपां ने रजे उन्होंने मैग्नीशियम मैटल अटैच कर दी जाती है जिसके करके वो आयरन नहीं ऑक्सीडाइज होंगे क्योंकि आयरन को इलैक्ट्रॉन की थ्रू मिलते रहते हैं मैग्नीशियम के थ्रू। तो मैग्नीशियम मैटल है जी हौली हौली ऑक्सीडाइज होंगी। उस तो अगर है जी यूजिंग एंटी रस्ट सोल्यूशन। एंटी रस्ट सोल्यूशन किहड़े हुंदे ने? सोल्यूशन ऑफ अल्कलाइन फॉस्फेट्स, मतलब बेसिक सोल्यूशन फॉस्फेट दे उन्हां दे विच असीं इन्हां नूं डिप करके रख सकते हैं जिहदे तक साडे कोल काफ़ी टाइम तक जदों असीं डिप करके रखदे हां तां साडे कोल उन्हां दे एक प्रोटैक्टिव लेयर एक जिहड़े इनहिबिटर्स ने वो डिवेलप हो जांदे ने जिहड़े साडे कोल मॉइस्चर ते एयर दा अटैक ईजिली नहीं होण दिंदे ते ईजिली प्रोटैक्ट करके रखदे मैटल्स। So these are the prevention methods of corrosion. So it is your chapter electrochemistry. I think the topic left which reh gaya mere to I will discuss later on. So if you have any doubt in this chapter you can call me or by message. Okay. So us to baad aapa conceptual question discuss karange. Thank you.